कल वाले लैक्चर च आपां रिफ्रैक्शन पढ़ी सी ते अज आपां रिफ्रैक्शन दी कुछ एप्लीकेशनस पढ़ांगे। ਉਹਦੇ ਵਿੱਚ ਕੱਲ੍ਹ ਇੱਕ ਐਪਲੀਕੇਸ਼ਨ ਪੜ੍ਹੀ ਸੀ, ਉਹਦੇ ਵਿੱਚ ਆਪਾਂ ਸਲੈਬ ਦੇ ਵਿੱਚੋਂ ਦੀ ਰੇ ਆਫ ਲਾਈਟ ਦੇਖਿਆ ਸੀ ਵੀ ਉਹ ਕਿੰਨੀ ਲੇਟਰਲ ਡਿਸਪਲੇਸਮੈਂਟ ਹੋ ਜਾਂਦੀ ਆ, ਲੇਟਰਲ ਸ਼ਿਫਟ ਹੋ ਜਾਂਦੀ ਆ। ਜਿਹੜੀ ਰੇ ਆਫ ਲਾਈਟ ਨੇ ਸਿੱਧਾ ਲੰਘਣਾ ਹੁੰਦਾ ਸੀ ਉਹ ਇੰਟਰੋਡਕਸ਼ਨ ਆਫ ਗਲਾਸ ਸਲੈਬ ਦੇ ਨਾਲ ਉਹ ਪਰੇ ਦੀ ਹੋ ਕੇ ਲੰਘਦੀ, ਸ਼ਿਫਟ ਹੋ ਜਾਂਦੀ ਹੈ। ਤੋ ਇੱਕ ਹੋਰ ਇਹਦੀ ਐਪਲੀਕੇਸ਼ਨ ਆ, ਜੇਕਰ ਆਪਾਂ ਇੱਕ ਗਲਾਸ ਕੰਟੇਨਰ ਲੈ ਲਈਏ, ਇਹਦੇ ਵਿੱਚ ਅਸੀਂ ਇੱਥੇ ਤੱਕ ਕੋਈ ਡੈਂਸਰ ਮੀਡੀਅਮ ਵਾਟਰ ਜਾਂ ਆਇਲ ਉਹ ਪਾ ਲਈਏ ਅਤੇ ਇਹਦੇ ਬੋਟਮ ਦੇ ਉੱਤੇ ਅਸੀਂ ਇੱਥੇ ਕੁਆਇਨ ਰੱਖਿਆ ਹੋਇਆ, ਕੁਆਇਨ। ਸੋ ਸਪੋਜ਼ ਕਰ ਲੈਂਦੇ ਇਹਨੂੰ ਅਸੀਂ ਆਬਜੈਕਟ ਉਹ ਕਹਿ ਦਿੰਦੇ ਹਾਂ, ਕੁਆਇਨ ਪਿਆ। ਜੇ ਤਾਂ ਅਸੀਂ ਇਹਨੂੰ ਬਿਲਕੁਲ ਉੱਪਰੋਂ ਦੇਖਦੇ ਹਾਂ, ਇੱਥੇ ਅਸੀਂ ਆਪਣੀ ਅੱਖ ਲਾਉਂਦੇ ਹਾਂ ਅਤੇ ਬਿਲਕੁਲ ਇਹਨੂੰ ਉੱਪਰੋਂ ਦੇਖਦੇ ਹਾਂ, ਤਾਂ ਜਿਹੜੀ ਇਹ ਸਾਨੂੰ ਦਿਸਦਾ ਕਦੋਂ ਆ, ਜਦੋਂ ਇਹਦੀ ਰਿਫਲੈਕਟਡ ਲਾਈਟ, ਇਹਦੇ ਦੁਆਰਾ ਰਿਫਲੈਕਟਡ ਲਾਈਟ ਸਾਡੀ ਅੱਖ ਤੱਕ ਪਹੁੰਚੂਗੀ। ਸੋ ਇੱਥੋਂ ਇੱਕ ਰੇ ਆਫ ਲਾਈਟ ਜੇ ਉੱਪਰ ਨੂੰ ਜਾਂਦੀ ਆ, ਸਾਡੀ ਅੱਖ ਤੱਕ ਪਹੁੰਚਦੀ ਆ, ਸੋ ਇੱਥੇ ਇੰਟਰਫੇਸ ਦੇ ਉੱਤੇ ਕਿੰਨਾ ਐਂਗਲ ਬਣ ਗਿਆ ਜੀ ਇੰਸੀਡੈਂਸ ਦਾ? 0 ਡਿਗਰੀ। ਇਹਦਾ ਮਤਲਬ ਇਹ ਵਿਦਾਊਟ ਐਨੀ ਡੈਵੀਏਸ਼ਨ ਸਿੱਧੀ ਬਾਹਰ ਨਿਕਲ ਜੂਗੀ। ਸੋ ਇਹ ਸਿੱਧੀ ਉੱਪਰ ਚਲੀ ਗਈ। ਸਪੋਜ਼ ਕਰ ਲਈਏ ਪੁਆਇੰਟ ਸਾਡਾ A ਹੈ ਐਂਡ ਦਿਸ ਮੀਡੀਅਮ ਇਜ਼ ਡੈਂਸਰ ਮੀਡੀਅਮ, ਸੋ ਲੈਟ ਇਟ ਬੀ ਸੈਕੰਡ ਮੀਡੀਅਮ ਐਂਡ ਦਿਸ ਇਜ਼ ਫਸਟ ਮੀਡੀਅਮ, ਏਅਰ ਐਂਡ ਦਿਸ ਇਜ਼ ਵਾਟਰ। ਹੁਣ ਜੇਕਰ ਅਸੀਂ ਆਪਣੀ ਅੱਖ ਨੂੰ ਟੇਢਾ ਕਰਦੇ ਹਾਂ, ਇੱਧਰਲੇ ਪਾਸਿਓਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਸੋ ਸਪੋਜ਼ ਕਰੀਏ ਅਸੀਂ ਇਹਨੂੰ ਇੱਧਰਲੇ ਪਾਸਿਓਂ ਦੇਖਦੇ ਹਾਂ, ਇੱਥੋਂ ਕੀ ਹੋਏਗਾ? ਜਿਹੜੀ ਰੇਜ਼ ਇਸ ਆਬਜੈਕਟ ਤੋਂ ਰਿਫਲੈਕਟ ਹੋ ਕੇ ਇੱਧਰ ਨੂੰ ਜਾਂਦੀਆਂ ਨੇ, ਇਸ ਰੇ ਨੂੰ ਸਿਲੈਕਟ ਕਰ ਲੈਂਦੇ, ਇੱਥੇ ਅਸੀਂ ਨੋਰਮਲ ਬਣਾਵਾਂਗੇ। ਨੋਰਮਲ ਦੇ ਨਾਲ ਐਂਗਲ ਆਫ ਕਿਹੜਾ ਬਣੂਗਾ ਜੀ? ਇੰਸੀਡੈਂਸ। ਇਹ ਧਿਆਨ ਰੱਖਣਾ ਵੀ ਰੇ ਸਾਡੀ ਡੈਂਸਰ ਮੀਡੀਅਮ ਟੂ ਰੇਅਰਰ ਜਾ ਰਹੀ ਹੈ, ਵਾਟਰ ਟੂ ਏਅਰ ਜਾ ਰਹੀ ਹੈ। ਸੋ ਇੱਥੇ ਹੁਣ ਇਹ ਟੁਵਰਡਸ ਦੀ ਨੋਰਮਲ ਮੁੜੂਗੀ ਜਾਂ ਅਵੇ ਫਰੋਮ ਦੀ ਨੋਰਮਲ ਮੁੜੂਗੀ? ਅਵੇ ਫਰੋਮ ਦੀ ਨੋਰਮਲ, ਬਿਕੋਜ਼ ਡੈਂਸਰ ਟੂ ਰੇਅਰਰ। ਸੋ ਅਵੇ ਫਰੋਮ ਦੀ ਨੋਰਮਲ ਮੁੜ ਗਈ। ਐਂਗਲ ਆਫ ਰਿਫਰੈਕਸ਼ਨ ਆ ਜਿਹੜਾ, ਇਟ ਇਜ਼ ਗ੍ਰੇਟਰ ਦੈਨ ਐਂਗਲ ਆਫ ਇੰਸੀਡੈਂਸ। ਇਹਦਾ ਮਤਲਬ ਹੁਣ ਜੇਕਰ ਅਸੀਂ ਇਹ ਦੇਖੀਏ ਵੀ ਇਹ ਕਿੱਥੋਂ ਆ ਰਹੀ ਆ, ਕਿੱਥੋਂ ਆ ਰਹੀ ਲੱਗਦੀ ਆ, ਤਾਂ ਰੀਪਰੋਡਿਊਸ ਬੈਕ ਕਰਦੇ ਆ ਇਸ ਰੇ ਨੂੰ। ਤਾਂ ਇਹ ਸਾਡੇ ਕੋਲੇ ਇਸ ਪੁਆਇੰਟ ਦੇ ਉੱਤੇ ਇੰਟਰਸੈਕਟ ਕਰਦੀ ਆ ਪਹਿਲੀ ਰੇ ਨੂੰ। ਸੋ ਦਿਸ ਪੁਆਇੰਟ ਇਜ਼ ਆਈ। ਆ ਜਿਹੜਾ ਕੋਇਨ ਸਾਡਾ ਥੱਲੇ ਪਿਆ, ਇਹ ਸਾਨੂੰ ਕਿੱਥੇ ਲੱਗੂਗਾ ਵੀ ਇੰਨਾ ਉੱਚਾ ਉੱਠ ਖੜਿਆ। ਸੋ ਦਿਸ ਇਜ਼ ਦੀ ਇਮੇਜ ਆਫ ਦਿਸ ਕੋਇਨ। ਹੁਣ ਅਸੀਂ ਥੋੜ੍ਹਾ ਜਿਹਾ ਜਿਹੜਾ ਜਮੈਟਰੀ ਦਾ ਕੰਮ ਆ ਉਹ ਦੇਖ ਲਈਏ, ਕਿਹੜਾ ਐਂਗਲ ਕਿੱਥੇ ਬਣੂਗਾ, ਕਿਹੜੀਆਂ ਟਰਾਇੰਗਲ ਸਾਨੂੰ ਯੂਜ਼ਫੁਲ ਹੋਣਗੀਆਂ। ਜੇਕਰ ਆਹ ਵਾਲਾ ਸਾਡਾ ਐਂਗਲ R ਸੀਗਾ, ਤਾਂ ਇਹ ਦੋ ਲਾਈਨਾਂ ਅਸੀਂ ਚੈੱਕ ਕਰਨੀਆਂ ਵੀ ਕਿਹਨਾਂ ਦੇ ਵਿੱਚ ਬਣਦਾ। ਇੱਕ ਰੇ ਸਾਡੀ ਆਹ ਵਾਲੀ ਹੋ ਗਈ, ਇਹਨੂੰ ਮੈਂ N ਕਹਿ ਦਿੰਦਾ ਕਿਉਂਕਿ ਨੋਰਮਲ ਆ। ਦੂਸਰੀ ਸਾਡੀ ਆਹ ਵਾਲੀ ਰਿਫਰੈਕਟਡ ਰੇ। ਸੋ ਇਹਦਾ ਮਤਲਬ ਇਹ ਹੋਇਆ ਵੀ ਇੱਥੇ ਵੀ ਸਾਡਾ ਐਂਗਲ R ਬਣੂਗਾ। ਆਹ ਰੇ ਸਾਡੀ ਅਤੇ ਆਹ ਪੈਰਲਰ ਹੋ ਗਈਆਂ, ਆਹ ਰੇ ਕੱਟ ਕਰਦੀ ਆ, ਜਿੰਨਾ ਐਂਗਲ ਇੱਥੇ ਆ ਉਨਾ ਹੀ ਸਾਡਾ ਐਂਗਲ ਇੱਥੇ ਬਣ ਗਿਆ। ਸਿਮਿਲਰਲੀ ਜਿਹੜਾ ਐਂਗਲ I ਆ, ਆਹ ਦੋ ਲਾਈਨਾਂ ਪੈਰਲਰ ਹੋ ਗਈਆਂ, ਆਹ ਰੇ ਕੱਟ ਕਰਦੀ ਆ, ਜਿੰਨਾ ਐਂਗਲ ਆਹ ਹੈਗਾ ਉਨਾ ਹੀ ਸਾਡਾ ਐਂਗਲ ਇੱਥੇ ਬਣੂਗਾ। ਸੋ ਦਿਸ ਐਂਗਲ ਵਿਲ ਬੀ I। ਜਦੋਂ ਕੋਈ ਵੀ ਆਬਜੈਕਟ ਦਾ ਇਸ ਤਰੀਕੇ ਨਾਲ ਇਮੇਜ ਉੱਚਾ ਉੱਠਿਆ ਬਣਦਾ, ਉਹਦੀ ਡੈਪਥ ਤੁਹਾਨੂੰ ਦੱਸਦਾ ਵੀ ਇਹ ਘੱਟ ਆ, ਘੱਟ ਹੋ ਗਈ ਲੱਗਦੀ ਆ, ਪਰ ਐਕਚੁਅਲੀ ਘੱਟ ਹੁੰਦੀ ਨਹੀਂ। ਐਕਚੁਅਲੀ ਜਿਹੜੀ ਡੈਪਥ ਆ ਉਹਨੂੰ ਅਸੀਂ ਮੰਨ ਲੈਂਦੇ ਹਾਂ ਥਿਕਨੈਸ ਆਫ ਦੀ ਡੈਂਸਰ ਮੀਡੀਅਮ T। ਸੋ ਦਿਸ ਇਜ਼ ਦੀ ਐਕਚੁਅਲ ਡੈਪਥ, ਜਿਹਨੂੰ ਅਸੀਂ AO ਕਹਿ ਸਕਦੇ ਹਾਂ। ਜਿਹੜੀ AI ਆ, ਇਹ ਸਾਡੀ ਅਪਰੈਂਟ ਡੈਪਥ ਆ, ਜਿਹੜੀ ਸਾਨੂੰ ਪ੍ਰਤੀਤ ਹੁੰਦੀ ਆ, ਲੱਗਦਾ ਵੀ ਇਹ ਇੱਥੇ ਤੱਕ ਡੂੰਘਾ, ਪਰ ਹੈਗਾ ਐਕਚੁਅਲੀ ਇੱਥੇ ਹੀ ਆ, ਥੱਲੇ ਹੀ ਪਿਆ। ਜਿਉਂ-ਜਿਉਂ ਆਪਾਂ ਹੋਰ ਟੇਢੇ ਹੋਈ ਜਾਵਾਂਗੇ ਦੇਖਣ ਵਾਸਤੇ ਇਹਨੂੰ, ਉਵੇਂ ਇਹ ਹੋਰ ਉੱਚਾ ਦਿਖਾਈ ਦੇਈ ਜਾਊਗਾ। ਕਲੀਅਰ? ਅਪਰੈਂਟ ਡੈਪਥ ਇਹਦੀ ਉਨੀ ਹੋਰ ਘਟੀ ਜਾਊਗੀ। ਹੁਣ ਦੇਖਦੇ ਹਾਂ ਵੀ ਇਹਦੀ ਅਸੀਂ ਚੈੱਕ ਕਰੀਏ ਵੀ ਇਹ ਕਿਉਂ ਹੋਇਆ ਅਤੇ ਕਿਹਦੇ ਡਿਪੈਂਡ ਕਰਦਾ। ਦੇਖੀਏ, ਆਹ ਪੁਆਇੰਟ ਨੂੰ B ਪੁਆਇੰਟ ਚੂਜ਼ ਕਰ ਲੈਂਦੇ ਹਾਂ। ਟ੍ਰਾਇੰਗਲ ਸਾਡੀਆਂ ਦੋ ਬਣ ਰਹੀਆਂ, ਇੱਥੇ ਰਾਈਟ ਐਂਗਲ ਬਣ ਰਿਹਾ,
IAB and OAB. So in triangles OAB and IAB, ਇਹਨਾਂ ਦੋਨਾਂ ਟ੍ਰਾਇੰਗਲਸ ਦੇ ਵਿੱਚ ਅਸੀਂ ਸਾਡੇ ਕੋਲ ਇੱਥੇ ਐਂਗਲ I ਇੱਥੇ R ਆ, ਸਾਈਨ I ਤੇ ਸਾਈਨ R ਕੱਢ ਲਈਏ, ਕਿਉਂਕਿ ਸਾਈਨ I ਤੇ ਸਾਈਨ R ਦਾ ਜਿਹੜਾ ਰੇਸ਼ੋ ਆ ਉਹ ਸਾਨੂੰ ਰਿਫਰੈਕਟਿਵ ਇੰਡੈਕਸ ਦਊਗਾ। ਸੋ ਸਾਈਨ I ਕਿਹਦੇ ਬਰਾਬਰ ਆਏਗਾ? ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼। ਪਰਪੈਂਡੀਕੂਲਰ ਦੱਸੋ ਕੌਣ ਆ? I ਵਾਲੀ ਟ੍ਰਾਇੰਗਲ ਦੇ ਵਿੱਚ OAB ਦੇ ਵਿੱਚ ਪਰਪੈਂਡੀਕੂਲਰ ਕੌਣ ਆ? OA ਆ ਜਾਂ AB ਆ? AB ਇਜ਼ ਦੀ ਪਰਪੈਂਡੀਕੂਲਰ। ਸੋ AB ਸਾਡਾ ਉੱਪਰ ਆ ਗਿਆ, ਥੱਲੇ ਆ ਗਿਆ OA। ਧਿਆਨ ਰੱਖਿਆ ਕਰੋ ਜਿਹੜਾ ਐਂਗਲ ਹੁੰਦਾ ਉਹਦੇ ਬਿਲਕੁਲ ਸਾਹਮਣੇ ਸਾਈਡ ਪਰਪੈਂਡੀਕੂਲਰ ਹੁੰਦਾ। ਸੋ ਇਸੇ ਤਰ੍ਹਾਂ ਸਾਈਨ R ਕਿਹਦੇ ਬਰਾਬਰ ਆ ਗਿਆ ਜੀ? AB ਅਪੋਨ IA। ਕਲੀਅਰ? ਠੀਕ ਆ ਕਿ ਮੈਂ ਪਰਪੈਂਡੀਕੂਲਰ ਬੇਸ ਲਿਖ ਲਿਆ? ਹਾਂ, ਇੱਥੇ ਆਉਣਾ ਸੀ OB, ਹਾਈਪੋਟੇਨਿਊਜ਼ ਸਾਡਾ OB ਆ, ਇੱਥੇ ਆਉਣਾ ਸੀਗਾ IB, ਹਾਈਪੋਟੇਨਿਊਜ਼ ਇਜ਼ IB। ਕਲੀਅਰ? ਧਿਆਨ ਰੱਖਿਆ ਕਰੋ। ਹੁਣ ਅਸੀਂ ਸਾਈਨ I ਬਟੇ ਸਾਈਨ R ਕਰੀਏ। ਸਾਈਨ I ਓਵਰ ਸਾਈਨ R ਕਿਹਦੇ ਬਰਾਬਰ ਹੋਊਗਾ? ਲਿਖਣ ਦਾ ਤਰੀਕਾ, I ਐਂਗਲ ਕਿਹੜੇ ਮੀਡੀਅਮ 'ਚ ਆ? ਸੈਕਿੰਡ 'ਚ, 2 'ਚ। ਇਹਦਾ ਮਤਲਬ N2 ਬਾਅਦ 'ਚੋਂ ਲਿਖਾਂਗੇ, 1 ਪਹਿਲਾਂ ਲਿਖਾਂਗੇ। ਰਿਫਰੈਕਟਿਵ ਇੰਡੈਕਸ ਆਫ ਮੀਡੀਅਮ 1 ਵਿਦ ਰਿਸਪੈਕਟ ਟੂ 2। ਕਲੀਅਰ? ਜਿੱਧਰੋਂ ਰੇ ਆਫ ਲਾਈਟ ਜਾਂਦੀ ਆ ਉਹ ਅਸੀਂ ਪਹਿਲਾਂ ਲਿਖਣਾ, ਉਹ ਅਸੀਂ ਜਿੱਧਰ ਐਂਗਲ ਆਫ ਇੰਸੀਡੈਂਸ ਆ ਉਹ ਬਾਅਦ 'ਚ, ਜਿੱਧਰ ਐਂਗਲ ਆਫ ਰਿਫਰੈਕਸ਼ਨ ਆ ਉਹ ਪਹਿਲਾਂ। ਕਲੀਅਰ? ਜੇ ਭੁਲੇਖਾ ਪੈਂਦਾ ਤਾਂ ਚੈੱਕ ਕਰ ਲਓ। ਜਦੋਂ ਆਪਾਂ ਡੈਂਸਰ ਮੀਡੀਅਮ ਵਾਲਾ ਕੀਤਾ ਸੀ, ਇੱਥੇ ਉਹ ਰੇ ਇੱਧਰ ਗਈ ਸੀ ਤਾਂ ਸਾਈਨ ਇੱਥੇ I ਸੀਗਾ, ਇੱਥੇ R ਸੀਗਾ, ਅਤੇ ਸਾਈਨ I ਓਵਰ ਸਾਈਨ R ਕਿਹਦੇ ਬਰਾਬਰ ਲਿਖਿਆ ਸੀ? N21। ਆਹ 2 ਸੀ, ਆਹ 1 ਸੀ। ਉੱਪਰ ਸਾਡੇ ਕੋਲ ਕੀ ਆ? I। ਤਾਂ ਅਸੀਂ I ਕਿਹੜੇ ਮੀਡੀਅਮ ਸੀ? 1 'ਚ। ਇਹਨੂੰ ਅਸੀਂ ਕਿੱਥੇ ਲਿਖਿਆ ਸੀ? ਪਿੱਛੇ। ਓਕੇ, ਹੁਣ ਸਾਈਨ I ਤੇ ਸਾਈਨ R ਦੀਆਂ ਵੈਲਿਊਜ਼ ਪੁੱਟ ਕਰ ਦਈਏ। ਦੋਨਾਂ ਦੀ ਡਿਵੀਜ਼ਨ ਆ, ਸੋ AB ਬਟੇ OB। ਡਿਵੀਜ਼ਨ ਨੂੰ ਮੈਂ ਮਲਟੀਪਲਾਈ ਕਰਕੇ ਲਿਖਣ ਲੱਗਿਆ, ਰੈਸੀਪਰੋਕੇਟ ਕਰਕੇ। AB ਇਜ਼ ਇਕਲ ਟੂ N12। ਸੋ ਮੇਰਾ AB ਇੱਥੋਂ ਕੈਂਸਲ ਹੋ ਜਾਏਗਾ ਜੀ। ਤੋ ਇਹਦਾ ਮਤਲਬ ਰਿਫਰੈਕਟਿਵ ਇੰਡੈਕਸ 12 N12 ਕਿਹਦੇ ਬਰਾਬਰ ਆ ਗਿਆ? IB ਓਵਰ OB। ਕਲੀਅਰ? ਪਰ ਅਸੀਂ ਦੇਖ ਰਹੇ ਹਾਂ ਬਾਹਰੋਂ, ਸਾਡੇ ਵਾਸਤੇ ਡੈਂਸਰ ਮੀਡੀਅਮ ਆਹ। ਕਲੀਅਰ? ਸੋ ਇਹਨੂੰ ਮੈਂ ਰੈਸੀਪਰੋਕੇਟ ਕਰਕੇ ਲਿਖਣ ਲੱਗਿਆ। ਕਲੀਅਰ? ਰੈਸੀਪਰੋਕੇਟ ਕਰੂੰਗਾ ਦੈਨ ਇਟ ਵਿਲ ਬੀ N21 ਇਕੁਅਲ ਟੂ OB ਅਪੋਨ IB। ਕਲੀਅਰ? ਆ ਵੀ ਉਲਟਾਤੇ। ਹੁਣ ਜੇਕਰ ਇੱਥੇ ਅਪਰੋਕਸੀਮੇਸ਼ਨ ਲਾਉਣੀ ਹੈ ਇੱਕ, ਜੇਕਰ ਪੁਆਇੰਟ B ਲਾਈਜ਼ ਕਲੋਜ਼ ਟੂ A, ਸੋ ਇਫ ਪੁਆਇੰਟ B ਲਾਈਜ਼ ਕਲੋਜ਼ ਟੂ A, ਜੇ A ਦੇ ਨੇੜੇ ਹੋਵੇ ਫਿਰ ਦੇਖੋ ਧਿਆਨ ਨਾਲ, ਜੇ B ਇਹਦੇ ਨਾਲ ਹੀ ਹੋਵੇ A ਦੇ, ਫਿਰ OB ਤੇ OA ਲੈਂਥ ਆਲਮੋਸਟ ਸੇਮ ਹੋਏਗੀ। ਸੋ ਇਹਦਾ ਮਤਲਬ ਅਸੀਂ OB ਦੀ ਜਗ੍ਹਾ ਤੇ OA ਲਿਖ ਸਕਦੇ ਹਾਂ, ਅਤੇ IB ਦੀ ਜਗ੍ਹਾ ਤੇ IA ਲਿਖ ਸਕਦੇ ਹਾਂ। ਮੀਨਿੰਗ ਦੇਅਰ ਬਾਏ B ਦੀ ਜਗ੍ਹਾ ਤੇ ਅਸੀਂ A ਲਿਖ ਸਕਦੇ ਹਾਂ। ਤਾਂ ਸਾਡਾ N21 ਆ ਜਿਹੜਾ ਉਹ ਆ ਜਾਏਗਾ OA ਅਪੋਨ IA। ਠੀਕ ਹੈ ਜੀ। ਹੁਣ ਇਹਦਾ ਮਤਲਬ ਰਿਫਰੈਕਟਿਵ ਇੰਡੈਕਸ ਕਿਹਦੇ ਬਰਾਬਰ ਆ ਗਿਆ? OA ਕੀ ਆ ਸਾਡੀ? ਰੀਅਲ ਡੈਪਥ। AO ਕੀ ਆ? ਰੀਅਲ ਡੈਪਥ। ਇਹਦਾ ਮਤਲਬ ਰਿਫਰੈਕਟਿਵ ਇੰਡੈਕਸ ਕਿਹਦੇ ਬਰਾਬਰ ਆ ਗਿਆ? ਰੀਅਲ ਡੈਪਥ ਡਿਵਾਈਡਡ ਬਾਏ ਅਪਰੈਂਟ ਡੈਪਥ। ਕਲੀਅਰ? ਇਹ ਅਸੀਂ ਪ੍ਰੈਕਟੀਕਲ ਵੀ ਇੱਕ ਕਰਾਂਗੇ, ਜਿਹਦੇ ਵਿੱਚ ਅਸੀਂ ਸਲੈਬ ਰੱਖ ਕੇ ਉਹਦੇ ਉੱਤੇ ਪਾਊਡਰ ਪਾ ਕੇ, ਥੋੜ੍ਹਾ ਜਿਹਾ ਲਾਈਕੋਪੋਡੀਅਮ ਪਾਊਡਰ ਪਾ ਕੇ ਦੇਖਾਂਗੇ ਵੀ ਸਲੈਬ ਦਾ ਰਿਫਰੈਕਟਿਵ ਇੰਡੈਕਸ ਤੁਸੀਂ ਕਿਵੇਂ ਕੱਢ ਸਕਦੇ ਹੋ। ਮਤਲਬ ਜੇਕਰ ਆਹ ਸਿੱਕਾ ਅਸੀਂ ਦੇਖ ਲਿਆ, ਅਸੀਂ ਇਹਦੀ ਰੀਅਲ ਡੈਪਥ ਦਾ ਅੰਦਾਜ਼ਾ ਲਾ ਲਈਏ ਵੀ ਕਿੰਨਾ ਮਿਣ ਲਈਏ, ਅਤੇ ਅਪਰੈਂਟ ਡੈਪਥ ਮਿਣ ਲਈਏ। ਦੋਨੇ ਡੈਪਥਸ ਨੂੰ
डिवाइड कर दीए तो की निकलेगा साढ़े को रिफ्रैक्टिव इंडैक्स ऑफ दैट मीडियम। क्लीयर। फिर निकलूगा रिफ्रैक्टिव इंडैक्स ऑफ दिस मीडियम विद रिस्पैक्ट टू एयर। क्लीयर। इसे करके आप इत्थे रेसिप्रोकेट किया सी। हुण ये तो असीं कढ़ लिया भी आ रिलेशन आ गया साडा, पर सिक्का कितना उच्चा उठिया, उपर नूं कितना उठिया, वो साडे कोल जिहड़ा डिस्टेंस आ लैट इट बी डी, आ जिहड़ा डिस्टेंस आ ओ आई, इहनूं मान लैंदे डी। सो ओ आई सपोज इट इज़ डी एंड ये किहदे बराबर होएगा जी, ये होएगा साडा ए ओ जां ओ ए माइनस ए आई। आ सारे डिस्टेंस चों असीं इन्ना घटाता, साडे कोल इन्ना रह जाऊगा। सो इस करके ओ ए माइनस ए आई। लो जी, सो इसका मतलब डी इक्वल टू, इनू मैं डिवाइड कर लग्या, मेरे को ओ ए बाहर आना चाहिए, इत्थों मैं कॉमन कढ़न लग्या ओ ए, इन्होंने दोनों चो ओ ए कॉमन कढ़ लिया, इत्थे कितना रह गया 1 माइनस ए आई बटे ओ ए। ठीक है। ओ ए की आ, इत्थों तो लैके इत्थे तक का डिस्टेंस टी कह सकता इनू। सो टी 1 माइनस ए आई बटे ओ ए, रेसिप्रोकल ऑफ रिफ्रैक्टिव इंडैक्स। सो 1 upon n to 1. So this is our required relation for D. Clear? So इदा असी कर सकते हैं। हुण रिफ्रैक्शन दियाँ होर डेली लाइफ दे विच की सानू जिहड़े फिनोमिनाज दिखाई दिंदे आ। सब तो पहला तुसीं ये नोटिस कीता होना भी मॉर्निंग टाइम ते ईवनिंग टाइम जिहड़ा सन आ ओह सानू वड्डे साइज़ दा दिसदा, तो वो उपरों तो थल्लों थोड़ा जिहा फ्लैट होया हुंदा, मतलब पूरा गोल्ड ही दिसदा हुंदा जदों बिल्कुल सन राइज हुंदा, ते जदों बिल्कुल सन सैट हो रहा हुंदा उदों थोड़ा जिहा फ्लैटनिंग हो जाती है उहदी upperली सरफेस ते नीचे वाली सरफेस। सो दैट इज़ ऑल्सो बिकॉज ऑफ रिफ्रैक्शन ऑफ लाइट थ्रू एटमोसफीयर। किवें हुंदी आ, और देखिए सपोज कर लीए साडे कोले ऐ वाली साडी अर्थ है, सपोज दिस इज़ अवर अर्थ, ये आले दुआले इत्थे साडे कोले एटमोसफीयर, एटमोसफीयर दीयां लेयर्स ने जिहड़ियां वो सरफेस दे कोले डेंस ने, ज्यों ज्यों असीं बाहर जाई जांदे आ रेयर हुंदियां जांदियां। इहदा मतलब ये होया भी जेकर सन तो जिहड़ी लाइट आ रही आ वो साडे कोले आ रही आ तो इट विल ट्रैवल फ्रॉम रेयर टू डेंसर, क्योंकि बाहरले पासे एटमोसफीयर रेयर होऊगा, अर्थ की सरफेस के कोले आके डेंस होएगा। सो जेकर मैं इत्थे एक लाइन बना ला रैफरेंस लाइन जिन्होंने मैं होराइजन कह दिना, मेरा जिहड़ा सन आ वो इत्थे है, सपोज सन इज़ हेयर, है तो बहुत दूर आ पर असीं सपोज कर लैंदे भी इत्थे है, तो सन तो एक रे ऑफ लाइट आ रही है इधरों, एक रे असीं चूज कर लीए भी इत्थे आई, इत्थे आके एटमोसफीयर च एंटर होने लगती है। जो एंटर होने लगती आ, सपोज दिस इज़ दी बाउंड्री ऑफ द एटमोसफीयर, वैसे बाउंड्री कोई स्पैसीफिक नहीं हैगी, हौली हौली रेयर होंदी एयर अखीर ते जाके ख़त्म हो जाती। सो इत्थों नॉर्मल बनाऊँगा मैं सरफेस ते, सो एटमोसफीयर की सरफेस ते नॉर्मल बना लिया, जिन्ना इत्थे एंगल ऑफ इंसीडेंस आया, एंगल ऑफ रिफ्रैक्शन वो तो की होएगा रेयर टू डेंसर टूवर्ड्स दी नॉर्मल होएगा। सो नॉर्मल दे वल नूं ये मुड़ जाएगी थोड़ी जी, जे पहले इधर नूं आ रही सी तो थोड़ी जी ये नॉर्मल दे वल नूं मुड़ जाएगी। अंदरली लेयर ते जे मान लो सपोज कर लो सैकेंड लेयर इत्थे बनती आ तो ये मैं नॉर्मल बनाउणा, उत्थों होर थोड़ी जी अंदर नूं मुड़ जाएगी, ज्यों ज्यों रे अंदर नूं आएगी वो एवरी टाइम अंदर नूं मुड़ी जाएगी। सो जे इत्थे ऑबजरवर इत्थे खड़ा, आपां इत्थे खड़े आ धरती दे उत्ते, तो सानू जिहड़ा सन आ कित्थे दिसूगा, मैं आही रे नूं रीप्रोड्यूस बैक कर लेना तो इट विल बी हेयर फॉर मी, दिस इज़ दी अपरेंट पोजीशन ऑफ द सन, डैश ला दिना मैं। ਇਹਦਾ मतलब ये होया भी जदों सानू सवेर वेले सूरज उपर दिसदा वो एक्चुअली उत्थे नहीं हुंदा, कित्थे हुंदा वो थल्ले। ठीक है, तो हुण इमैजिन करो भी सन दियां सरफेसिस तो रेज ऑफ लाइट साडे वल आ रही,
ਤੇ ਜਦੋਂ ਐਟਮੋਸਫੀਅਰ ਆਊਗਾ ਉਹ ਟਵਰਡਸ ਦੀ ਨਾਰਮਲ ਬੈਂਡ ਹੋਣਗੀਆਂ, ਉਹ ਅੰਦਰ ਨੂੰ ਝੁਕ ਜਾਣਗੀਆਂ। ਅੰਦਰ ਨੂੰ ਝੁਕਾਂਗੇ ਤੇ ਬਾਹਰਲੇ ਪਾਸੇ ਨੂੰ ਰੀਪਰੋਡਿਊਸ ਕਰਾਂਗੇ ਤਾਂ ਸਨ ਦਾ ਸਾਈਜ਼ ਸਾਨੂੰ ਵੱਡਾ ਦਿਸੂਗਾ। ਕਲੀਅਰ। ਸੋ ਇਸੇ ਕਰਕੇ ਜਦੋਂ ਸਨ ਟੌਪ ਤੇ ਹੁੰਦਾ ਦੁਪਹਿਰ ਵੇਲੇ, ਉਦੋਂ ਸਨ ਦੀ ਪੋਜੀਸ਼ਨ ਇੱਥੇ ਹੁੰਦੀ ਹੈ, ਤਾਂ ਰੇਜ਼ ਆਫ ਲਾਈਟ ਸਿੱਧੀਆਂ ਸਾਡੇ ਕੋਲ ਆਉਂਦੀਆਂ। ਐਂਗਲ ਆਫ ਇੰਸੀਡੈਂਸ ਕਿੰਨਾ ਹੋ ਗਿਆ? 0। ਜੇ ਐਂਗਲ ਆਫ ਇੰਸੀਡੈਂਸ 0 ਹੋ ਗਿਆ ਤਾਂ ਸਨ ਸਾਨੂੰ ਸਮੋਲ ਇਨ ਸਾਈਜ਼ ਦਿਸਦਾ। ਐਕਚੁਅਲੀ ਇਹ ਉਹਦਾ ਐਕਚੁਅਲ ਸਾਈਜ਼ ਦਿਸਦਾ ਡਿਸਟੈਂਸ ਦੇ ਅਕੋਰਡਿੰਗ। ਜਿੰਨੀ ਦੂਰ ਉਹ ਹੈਗਾ ਤੇ ਉਹਨੇ ਜਿੰਨਾ ਡਿਸਟੈਂਸ ਉਹ ਦਿਸਣਾ ਚਾਹੀਦਾ ਉਹਨਾਂ ਦਿਸਦਾ। ਬਟ ਜਦੋਂ ਮਾਰਨਿੰਗ ਟਾਈਮ ਆ ਜਾਂ ਸ਼ਾਮ ਨੂੰ ਈਵਨਿੰਗ ਟਾਈਮ ਆ, ਉਦੋਂ ਸਾਨੂੰ ਸਨ ਦਾ ਸਾਈਜ਼ ਆ ਵੱਡਾ ਦਿਸਦਾ। ਸਨ ਦਾ ਸਾਈਜ਼ ਕੀ ਦਿਸਦਾ? ਵੱਡਾ। ਤਾਂ ਹੁਣ ਇਸ ਕਰਕੇ ਕਲਰ ਔਰੇਂਜ ਜਿਹੜਾ ਦਿਸਦਾ ਉਹ ਤੁਹਾਨੂੰ ਪਤਾ ਹੀ ਆ, ਬਿਕੋਜ਼ ਸਕੈਟਰਿੰਗ ਆਫ ਲਾਈਟ ਹੋ ਜਾਂਦੀ ਆ ਅਤੇ ਡਿਸਪਰਸ਼ਨ ਹੋ ਜਾਂਦੀ ਆ। ਸਾਰੇ ਜਿਹੜੇ ਸ਼ਾਰਟਰ ਵੇਵਲੈਂਥ ਵਾਲੇ ਕਲਰ ਨੇ ਉਹ ਸਾਰੇ ਸਕੈਟਰ ਹੋ ਜਾਂਦੇ ਆ, ਅਤੇ ਜਿਹੜੀ ਲੌਂਗਰ ਵੇਵਲੈਂਥ ਵਾਲਾ ਰੈੱਡ ਆ, ਔਰੇਂਜ ਆ ਅਤੇ ਯੈਲੋ ਆ, ਉਹ ਮਿਕਸ ਹੋ ਕੇ ਔਰੇਂਜ ਬਣਦਾ ਅਤੇ ਸਾਨੂੰ ਜਿਹੜਾ ਸਨ ਆ ਉਹ ਔਰੇਂਜ ਦਿਖਾਈ ਦਿੰਦਾ ਸਵੇਰ ਵੇਲੇ ਅਤੇ ਸ਼ਾਮ ਵੇਲੇ। ਆਪਾਂ ਪ੍ਰਿਜ਼ਮ ਦੀਆਂ ਐਪਲੀਕੇਸ਼ਨ ਦੇ ਵਿੱਚ ਵੀ ਪੜ੍ਹਾਂਗੇ ਜਾ ਕੇ ਡਿਟੇਲ ਦੇ ਵਿੱਚ। ਬਟ ਹੁਣ ਇੱਥੇ ਇਹ ਕੁਐਸਚਨ ਆਉਂਦਾ ਬਈ ਕਿੰਨੇ ਟਾਈਮ ਦਾ ਸਮਾਂ ਹੁੰਦਾ, ਇੱਥੋਂ ਤੋਂ ਲੈ ਕੇ ਇੱਥੇ ਆਉਣ ਲਈ ਸਨ ਕਿੰਨਾ ਟਾਈਮ ਲਾਉਂਦਾ? ਇਹ ਲਗਭਗ 1 ਡਿਗਰੀ ਦਾ ਫਰਕ ਹੁੰਦਾ ਅਤੇ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਸਨ ਅਤੇ ਅਰਥ ਆਪਸ ਦੇ ਵਿੱਚ ਰਿਵੋਲਵ ਕਰਦੇ ਆ, ਮਤਲਬ ਸਨ ਸੈਂਟਰ ਦੇ ਵਿੱਚ ਆ ਅਤੇ ਅਰਥ ਉਹਦੇ ਆਲੇ ਦੁਆਲੇ ਰਿਵੋਲਵ ਕਰਦੀ ਆ। ਅਤੇ ਜਦੋਂ ਸਾਡਾ ਦਿਨ ਚੜ੍ਹਦਾ, ਅਰਥ ਘੁੰਮਦੀ ਆ ਅਤੇ 24 ਘੰਟੇ ਬੀਤਦੇ ਆ। 24 ਘੰਟਿਆਂ ਦੇ ਵਿੱਚ ਕਿੰਨੇ ਡਿਗਰੀ ਐਂਗਲ ਘੁੰਮ ਜਾਂਦਾ ਅਰਥ ਦਾ? 360। ਸੋ 360 ਡਿਗਰੀ ਐਂਗਲ ਘੁੰਮਦਾ ਹੈ 24 ਆਵਰਸ ਦੇ ਵਿੱਚ। ਅਤੇ ਅਸੀਂ ਕਹਿੰਦੇ ਹਾਂ ਵੀ ਆਹ 1 ਡਿਗਰੀ ਦਾ ਫਰਕ ਹੁੰਦਾ ਲਗਭਗ, ਜਦੋਂ ਸਾਨੂੰ ਆਹ ਦੋ ਪੋਜੀਸ਼ਨਾਂ ਦੇ ਵਿੱਚ ਇੰਨਾ ਅਪਰੈਂਟ ਪੋਜੀਸ਼ਨ ਦਿਸਦੀ ਆ। ਦੈਨ ਹਾਊ ਮਚ 1 ਡਿਗਰੀ ਐਂਗਲ ਕੋਰਸਪੋਂਡਸ ਟੂ 24 ਆਵਰਸ ਡਿਵਾਈਡਡ ਬਾਏ 360 ਡਿਗਰੀ। ਕਰੋ ਤਾਂ ਕਿੰਨਾ ਆ ਗਿਆ ਆਂਸਰ? ਆਂਸਰ ਸ਼ੁੱਡ ਬੀ ਇਨ ਮਿਨਟਸ। ਸੋਲਵ ਕਰਕੇ ਦੇਖੋ। 12 ਤੇ ਚਲਿਆ ਗਿਆ, 4 ਮਿੰਟ ਆਂਸਰ ਆ ਗਿਆ ਜੀ। ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ 4 ਮਿੰਟ ਲੱਗਣਗੇ 1 ਡਿਗਰੀ ਅਰਥ ਨੂੰ ਮੂਵ ਕਰਨ ਦੇ। ਈਸਟ ਆਪਣਾ ਇੱਧਰਲੇ ਪਾਸੇ ਆ, ਇਹਦਾ ਮਤਲਬ ਅਰਥ ਆ ਜਿਹੜੀ ਉਹ ਇੱਦਾਂ ਘੁੰਮਦੀ ਹੈ, ਕਿਉਂਕਿ ਸਨ ਆਪਾਂ ਨੂੰ ਇੱਧਰੋਂ ਚੜ੍ਹਦਾ ਦਿਸਦਾ। ਠੀਕ ਆ, ਤਾਂ ਅਰਥ ਇੱਧਰ ਨੂੰ 1 ਡਿਗਰੀ ਘੁੰਮਦੀ ਆ ਤਾਂ ਇੰਨਾ ਐਂਗਲ ਸਾਨੂੰ ਫਰਕ ਪੈਂਦਾ। ਹੁਣ ਇਹਦਾ ਇੱਕ ਹੋਰ ਕੌਨਸੀਕੁਐਂਸ ਕੀ ਆ? ਬਾਈ ਚਾਂਸ ਆਪਾਂ ਨੂੰ ਕਿਤੇ ਬੀਚ 'ਤੇ ਜਾਣ ਦਾ ਮੌਕਾ ਮਿਲਦਾ, ਬੀਚ ਦੇ ਉੱਤੇ ਤੁਸੀਂ 2 ਸਨਸੈੱਟ ਦੇਖ ਸਕਦੇ ਹੋ ਲਗਾਤਾਰ ਇੱਕੋ ਟਾਈਮ 'ਤੇ, 2 ਵਾਰੀ ਸੂਰਜ ਡੁੱਬਦਾ ਦੇਖ ਸਕਦੇ ਹੋ। ਕਿਵੇਂ? ਬੀਚ 'ਤੇ ਜਦੋਂ ਪਹਿਲਾ ਸਨਸੈੱਟ ਹੋ ਰਿਹਾ ਹੋਊਗਾ ਉਦੋਂ ਉਹਨੂੰ ਲੇਟ ਕੇ ਦੇਖੋ, ਪੈ ਜਾਓ ਬੀਚ ਦੇ ਉੱਤੇ, ਤਾਂ ਤੁਹਾਨੂੰ ਸਨ ਜਦੋਂ ਬਿਲਕੁਲ ਡੁੱਬਣ ਲੱਗਿਆ, ਜਸਟ ਡੁੱਬ ਗਿਆ, ਉਦੋਂ ਬਾਅਦ ਖੜ੍ਹੇ ਹੋ ਜਾਓ। ਤੁਸੀਂ ਖੜ੍ਹੇ ਹੋਵੋਗੇ ਦੈਨ ਯੂ ਵਿਲ ਬੀ ਏਬਲ ਟੂ ਸੀ ਅਨਦਰ ਸਨਸੈਟ ਬਿਕੋਜ਼ ਆਫ ਦਿਸ ਵੈਰੀ 1 ਡਿਗਰੀ ਐਂਗਲ। ਕਲੀਅਰ? ਤਾਂ ਉਹ ਫਰੈਕਸ਼ਨ ਆਫ ਐਂਗਲ ਜਿਹੜਾ ਹੈ ਉਹਦੇ ਕਰਕੇ ਯੂ ਵਿਲ ਬੀ ਏਬਲ ਟੂ ਸੀ 2 ਸਨਸੈਟਸ ਐਟ ਬੀਚ। ਤਾਂ ਜੇ ਕਿਤੇ ਜ਼ਿੰਦਗੀ ਜਾਣ ਦਾ ਮੌਕਾ ਮਿਲਿਆ ਕਰਕੇ ਦੇਖਿਓ। ਠੀਕ ਆ, ਵੀ ਬਾਕੀ ਜਿਹੜਾ ਕੁਝ ਪੜ੍ਹਿਆ ਸੀ ਵੀ ਉਹ ਐਕਚੁਅਲ 'ਚ ਹੁੰਦਾ ਕਿ ਨਹੀਂ ਹੁੰਦਾ। ਠੀਕ ਆ, ਸੋ ਇਹ ਸੀਗਾ ਆਪਣੇ ਕੋਲੇ ਜੋ ਰਿਫਰੈਕਸ਼ਨ ਦਾ ਸਾਡਾ ਪਾਰਟ ਸੀ।